ਸ੍ਰੀ ਵਾਹਿਗੁਰੂ ਸਾਹਿਬ ਜੀ। ਤੇਲ ਮਿਲ ਫੁੱਲ ਅਮੁੱਲ ਜਿਉ, ਗੁਰ ਸਿੱਖ ਸੰਦ ਸੁਗੰਧ ਫੁਲੇਲਾ। ਖਾਸਾ ਮਲਮਲ ਸ੍ਰੀ ਸਾਫ, ਸਾਹ ਕਪਾਹ ਚਲਤ ਬਹੁ ਖੇਲਾ। ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਮਿਲ ਅੰਮ੍ਰਿਤ ਵੇਲਾ। ਦੁਨੀਆ ਕੂੜੀ ਸਾਹਿਬੀ, ਸੱਚ ਮਣੀ ਸੱਚ ਗਰਭ ਗਹੇਲਾ। ਦੇਵੀ ਦੇਵ ਦੁੜਾਇਨ, ਜਿਉ ਮਿਰਗਾ ਵਲ ਦੇਖ ਬਘੇਲਾ। ਹੁਕਮ ਰਜਾਈ ਚੱਲਣਾ, ਪਿੱਛੇ ਲੱਗੇ ਨੱਕ ਨਕੇਲਾ। ਗੁਰਮੁਖ ਸੱਚਾ ਅਮਰ ਸੁਹੇਲਾ, ਗੁਰਮੁਖ ਸੱਚਾ ਅਮਰ ਸੁਹੇਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰਗੱਦੀ ਤੇ ਬਿਰਾਜਮਾਨ, ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ। ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ। ਹੁਣ ਤੱਕ ਆਪ ਜੀ 24 ਵਾਰ ਦੀਆਂ 10 ਪੌੜੀਆਂ ਤੱਕ ਵਿਚਾਰ ਸਰਵਣ ਕਰ ਚੁੱਕੇ ਹੋ। ਸੋ 24ਵੀਂ ਵਾਰ ਦੀ 11ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ, ਇਸ 24ਵੀਂ ਵਾਰ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੱਕ ਗੁਰੂ ਸਾਹਿਬਾਨਾਂ ਦਾ ਜ਼ਿਕਰ ਕੀਤਾ ਹੈ। ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਸਾਨੂੰ ਦੱਸਿਆ ਜੋਤ ਇੱਕੋ ਹੀ ਹੈ, ਇੱਕੋ ਹੀ ਜੋਤ 6 ਗੁਰੂ ਸਰੀਰਾਂ ਦੇ ਵਿੱਚ ਵਰਤੀ ਹੈ। ਕੋਈ ਭਿੰਨ ਭੇਦ ਨਹੀਂ, ਕੋਈ ਫਰਕ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਜੋ ਸਿੱਖੀ ਦੀ ਮਰਿਆਦਾ ਚਲਾਈ, ਉਸੇ ਨੂੰ ਹੀ ਅੱਗੇ ਗੁਰੂ ਸਾਹਿਬ ਜੀ ਨੇ ਕਾਇਮ ਰੱਖਿਆ ਹੈ। ਸੋ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਮਹਾਰਾਜ ਜੀ ਔਰ ਗੁਰੂ ਅਮਰਦਾਸ ਮਹਾਰਾਜ ਜੀ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ। 11ਵੀਂ ਪੌੜੀ ਦੇ ਵਿੱਚ ਵੀ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਕਰ ਰਹੇ ਹਨ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਅੱਗੇ ਦੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਸਾਹਿਬ ਜੀ। ਤੇਲ ਮਿਲ ਫੁੱਲ ਅਮੁੱਲ ਜਿਉ, ਗੁਰ ਸਿੱਖ ਸੰਦ ਸੁਗੰਧ ਫੁਲੇਲਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਵੇਂ ਤਿਲਾਂ ਦੇ ਵਿੱਚ ਫੁੱਲ ਮਿਲਣ ਕਰਕੇ ਅਮੋਲਕ ਸੁਗੰਧੀ ਵਾਲਾ ਫੁਲੇਲ ਬਣਦਾ ਹੈ,
ਤਿਲਾਂ ਦਾ ਜਦੋਂ ਤੇਲ ਕੱਢਿਆ ਜਾਂਦਾ ਹੈ, ਉਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕੁਝ ਫੁੱਲ ਮਿਲਾ ਦਿੱਤੇ ਜਾਂਦੇ ਹੈ। ਜਦੋਂ ਤਿਲਾਂ ਦਾ ਤੇਲ ਨਿਕਲਦਾ ਹੈ ਅਤੇ ਉਹ ਫੁੱਲ ਜਿਹੜੇ ਨੇ ਉਹ ਵੀ ਵਿੱਚ ਪੀੜੇ ਜਾਂਦੇ ਹੈ। ਉਹਨਾਂ ਫੁੱਲਾਂ ਦਾ ਰਸ ਵੀ ਉਸ ਤੇਲ ਦੇ ਵਿੱਚ ਮਿਲ ਜਾਂਦਾ ਹੈ, ਜਿਸ ਕਰਕੇ ਤੇਲ ਜਿਹੜਾ ਨਾ ਸੁਗੰਧੀ ਵਾਲਾ ਬਣ ਜਾਂਦਾ, ਫਿਰ ਉਹਨੂੰ ਫੁਲੇਲ ਕਹਿੰਦੇ ਹੈ। ਭਾਈ ਸਾਹਿਬ ਜੀ ਕਹਿੰਦੇ ਤਿਲਾਂ ਦੇ ਨਾਲ ਫੁੱਲਾਂ ਦਾ ਮੇਲ ਹੋਣ ਕਰਕੇ ਅਮੋਲਕ ਸੁਗੰਧੀ ਵਾਲਾ ਫੁਲੇਲ ਬਣ ਗਿਆ। ਇਸੇ ਤਰ੍ਹਾਂ ਸਿੱਖ ਜਦੋਂ ਗੁਰੂ ਦੇ ਨਾਲ ਮਿਲਦਾ ਹੈ ਤਾਂ ਫਿਰ ਅਮੋਲਕ ਗੁਰਸਿੱਖੀ ਦੀ ਸੁਗੰਧੀ ਵਾਲਾ ਗੁਰੂ ਕਾ ਸਿੱਖ ਬਣ ਜਾਂਦਾ ਹੈ। ਜਿਵੇਂ ਤਿਲਾਂ ਦੇ ਤੇਲ ਦੇ ਵਿੱਚੋਂ ਫਿਰ ਖੁਸ਼ਬੂ ਆਉਂਦੀ ਹੈ, ਸੁਗੰਧੀ ਆਉਂਦੀ ਹੈ, ਉਹਨੂੰ ਫੁਲੇਲ ਕਹਿੰਦੇ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਦੇ ਨਾਲ ਮਿਲ ਕੇ ਆਮ ਜਗਿਆਸੂ ਗੁਰਸਿੱਖ ਬਣ ਜਾਂਦਾ ਹੈ, ਗੁਰਸਿੱਖੀ ਦੀ ਸੁਗੰਧੀ ਉਹਦੇ ਵਿੱਚੋਂ ਆਉਂਦੀ ਹੈ। ਸੋ ਇਹ ਲਾਭ ਹੈ। ਸਿੱਖ ਜਦੋਂ ਗੁਰੂ ਦੇ ਨਾਲ ਮਿਲਦਾ ਹੈ ਤਾਂ ਉਹਦਾ ਜੀਵਨ ਬਦਲ ਜਾਂਦਾ ਹੈ। ਖਾਸਾ ਮਲਮਲ ਸ੍ਰੀ ਸਾਫ, ਸਾਹ ਕਪਾਹ ਚਲਤ ਬਹੁ ਖੇਲਾ। ਖਾਸਾ ਮਲਮਲ ਅਤੇ ਸ੍ਰੀ ਸਾਫ, ਇਹ ਵੱਖ-ਵੱਖ ਤਰ੍ਹਾਂ ਦੇ ਕੱਪੜੇ, ਉਹਨਾਂ ਦੀਆਂ ਕਿਸਮਾਂ ਦਾ ਜ਼ਿਕਰ ਹੈ। ਖਾਸਾ ਬਰੀਕ ਵਸਤਰ ਹੁੰਦਾ ਸੀ, ਮਲਮਲ, ਔਰ ਇਸੇ ਤਰ੍ਹਾਂ ਸ੍ਰੀ ਸਾਫ, ਇਹ ਵੀ ਇੱਕ ਕੱਪੜੇ ਦੀ ਕਿਸਮ ਹੈ। ਪੁਰਾਣੇ ਸਮੇਂ ਵਿੱਚ ਢਾਕੇ ਦੀ ਸ੍ਰੀ ਸਾਫ ਜੋ ਹੈ ਉਹ ਬੜੀ ਮਸ਼ਹੂਰ ਸੀ ਢਾਕੇ ਵਿੱਚ। ਤੋ ਇਹ ਜਿਹੜੇ ਸਾਰੇ ਨੇ ਬਣਦੇ ਤਾਂ ਕਪਾਹ ਤੋਂ ਹੀ ਨੇ। ਇਹ ਕਪਾਹ ਦੀ ਹੀ ਖੇਡ ਹੈ। ਬਹੁਤੇ ਭੇਖ ਬਣੇ, ਕੱਪੜਾ ਸਾਰਾ ਇਹ ਕਪਾਹ ਤੋਂ ਹੀ ਬਣਦਾ ਹੈ। ਖਾਸਾ ਵੀ, ਮਲਮਲ ਵੀ, ਸ੍ਰੀ ਸਾਫ ਵੀ। ਖਾਸਾ ਮਲਮਲ ਸ੍ਰੀ ਸਾਫ, ਸਾਹ ਕਪਾਹ ਚਲਤ ਬਹੁ ਖੇਲਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ ਬਹੁਤੇ ਕੱਪੜਿਆਂ ਦੀਆਂ ਕਿਸਮਾਂ ਇਹ ਕਪਾਹ ਦਾ ਹੀ ਰੂਪ ਹਨ, ਕਪਾਹ ਤੋਂ ਹੀ ਬਣੀਆਂ ਨੇ। ਇਸੇ ਤਰ੍ਹਾਂ ਜੋ ਸ਼ਾਹ ਹੈ ਨਾ ਇੱਕ ਬ੍ਰਹਮ, ਉਸ ਇੱਕ ਬ੍ਰਹਮ ਤੋਂ ਹੀ ਇਹ ਸਾਰਾ ਸੰਸਾਰ ਬਣਿਆ ਹੈ। ਇੱਕ ਕਪਾਹ ਦੀ ਹੀ ਵੱਖ-ਵੱਖ ਕਿਸਮਾਂ ਦਾ ਕੱਪੜਾ ਉਹ ਖੇਡ ਹੈ। ਸੋ ਇੱਕ ਸ਼ਾਹ ਜਿਹੜਾ ਬ੍ਰਹਮ ਹੈ ਨਾ, ਇਹ ਸੰਸਾਰ ਸਾਰੀ ਉਸੇ ਦੀ ਖੇਡ ਹੈ, ਉਹਦੇ ਤੋਂ ਹੀ ਸਾਰਾ ਬਣਿਆ ਹੈ। ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਮਿਲ ਅੰਮ੍ਰਿਤ ਵੇਲਾ। ਭਾਈ ਗੁਰਦਾਸ ਸਾਹਿਬ ਜੀ ਦੱਸਦੇ ਨੇ ਗੁਰਮੂਰਤ, ਗੁਰੂ ਦੀ ਮੂਰਤ, ਮਤਲਬ ਗੁਰੂ ਦਾ ਸਵਰੂਪ ਕੀ ਹੈ? ਗੁਰ ਸ਼ਬਦ ਹੈ। ਗੁਰੂ ਦਾ ਸ਼ਬਦ ਹੀ ਗੁਰੂ ਦਾ ਸਵਰੂਪ ਹੈ। ਕਿਉਂਕਿ ਪਹਿਲੇ ਜਾਮੇ ਤੋਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਦੇ ਲੜ ਲਾਇਆ। ਸ਼ਬਦ ਦੇ ਲੜ ਲਾਉਣ ਵਾਸਤੇ 10 ਸਰੀਰਕ ਜਾਮੇ ਧਾਰਨ ਕੀਤੇ, ਔਰ ਉਹ 10 ਸਰੀਰਕ ਜਾਮੇ ਉਹਨਾਂ ਦੇ ਹਿਰਦੇ ਵਿੱਚ ਗੁਰੂ ਸ਼ਬਦ ਦਾ ਵਾਸਾ ਸੀ। ਅਤੇ ਕਲਗੀਧਰ ਮਹਾਰਾਜ ਜੀ ਨੇ ਰਹਿਮਤ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ੀ, ਬਚਨ ਕੀਤਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸ਼ਬਦ ਦੇ ਲੜ ਲਾਇਆ ਹੈ। ਗੁਰੂ ਦਾ ਸਵਰੂਪ ਕੀ ਹੈ? ਗੁਰੂ ਦਾ ਸ਼ਬਦ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰਮੂਰਤ ਗੁਰ ਸ਼ਬਦ ਹੈ। ਗੁਰੂ ਦੀ ਮੂਰਤੀ, ਗੁਰੂ ਦਾ ਸਵਰੂਪ, ਗੁਰੂ ਦਾ ਸ਼ਬਦ ਹੈ। ਅਤੇ ਇਹ ਸ਼ਬਦ ਮਿਲਦਾ ਕਿੱਥੋਂ ਹੈ? ਸਾਧ ਸੰਗਤ ਮਿਲ ਅੰਮ੍ਰਿਤ ਵੇਲਾ। ਸਾਧ ਸੰਗਤ ਵਿੱਚ ਅੰਮ੍ਰਿਤ ਵੇਲੇ ਮਿਲੋ, ਜਿੱਥੋਂ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ। ਸਾਧ ਸੰਗਤ ਵਿੱਚ ਮਿਲ ਕੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਸੁਣੋ, ਗੁਰਬਾਣੀ ਸੁਣੋ, ਉੱਥੋਂ ਇਹ ਸ਼ਬਦ ਦੀ ਦਾਤ ਪ੍ਰਾਪਤ ਹੁੰਦੀ ਹੈ। ਦੁਨੀਆ ਕੂੜੀ ਸਾਹਿਬੀ, ਸੱਚ ਮਣੀ ਸੱਚ ਗਰਭ ਗਹੇਲਾ। ਅੱਗੇ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਹੈ ਕਿ ਗੁਰੂ ਸਾਹਿਬ ਜੀ ਕਿਹੋ ਜਿਹੇ ਹਨ। ਦੁਨੀਆ ਕੂੜੀ ਸਾਹਿਬੀ,
ਦੁਨੀਆ ਦੀ ਜਿਹੜੀ ਸਾਹਿਬੀ ਹੈ ਨਾ, ਮਾਲਕੀ, ਗੁਰੂ ਉਸ ਨੂੰ ਝੂਠੀ ਜਾਣਦਾ ਹੈ। ਕਿਉਂਕਿ ਗੁਰੂ ਨੂੰ ਪਤਾ ਹੈ ਅੱਜ ਜਿਹੜਾ ਮਾਲਕ ਹੈ ਇੱਥੇ, ਕੱਲ੍ਹ ਨੂੰ ਇਹ ਨਹੀਂ ਹੋਵੇਗਾ। ਕੱਲ੍ਹ ਨੂੰ ਇਹਦੇ ਥਾਂ 'ਤੇ ਕੋਈ ਦੂਜਾ ਹੋਵੇਗਾ, ਪਰਸੋਂ ਨੂੰ ਕੋਈ ਤੀਜਾ ਹੋਵੇਗਾ। ਦੁਨੀਆ ਦੀ ਮਾਲਕੀ, ਦੁਨੀਆ ਦੀ ਪਾਤਸ਼ਾਹੀ, ਦੁਨੀਆ ਦਾ ਰਾਜ ਝੂਠਾ ਹੈ। ਕੂੜੀ ਦੁਨੀਆ ਕੂੜੀ ਸਾਹਿਬੀ, ਸੱਚ ਮਣੀ ਸੱਚ ਗਰਭ ਗਹੇਲਾ। ਸੱਚ ਮਣੀ ਭਾਵ ਸੱਚੇ ਮਾਣ ਵਾਲੇ, ਔਰ ਸੱਚ ਗਰਭ ਗਹੇਲਾ, ਸੱਚੇ ਮਦ ਦੇ ਵਿੱਚ, ਸੱਚੇ ਮਾਣ ਦੇ ਵਿੱਚ ਗੁਰੂ ਸਦਾ ਹੀ ਮਸਤ ਰਹਿੰਦਾ ਹੈ। ਹੰਕਾਰ ਨਹੀਂ, ਮਾਣ, ਜਿਹਨੂੰ ਪ੍ਰਾਊਡ ਕਹਿੰਦੇ ਹੈ, ਉਹਦੇ ਵਿੱਚ ਗੁਰੂ ਸਦਾ ਹੀ ਮਸਤ ਹੈ। ਦੇਵੀ ਦੇਵ ਦੁੜਾਇਨ, ਜਿਉ ਮਿਰਗਾਵਲ ਦੇਖ ਬਘੇਲਾ। ਗੁਰੂ ਸਾਹਿਬ ਦਾ ਇੰਨਾ ਤੇਜ ਪ੍ਰਤਾਪ ਹੈ, ਗੁਰੂ ਦੇ ਤੇਜ ਪ੍ਰਤਾਪ ਨੂੰ ਵੇਖ ਕੇ ਦੇਵੀਆਂ ਦੇਵਤੇ ਇਉਂ ਦੌੜ ਜਾਂਦੇ, ਨੱਸ ਜਾਂਦੇ ਹੈ, ਜਿਵੇਂ ਬਘੇਲਾ ਸ਼ੇਰ ਨੂੰ ਵੇਖ ਕੇ ਹਿਰਨਾਂ ਦੀ ਡਾਰ ਦੌੜ ਜਾਂਦੀ ਹੈ। ਗੁਰੂ ਦੇ ਤੇਜ ਪ੍ਰਤਾਪ ਦੇ ਸਾਹਮਣੇ ਕੋਈ ਨਹੀਂ ਟਿਕਦਾ। ਕੋਈ ਦੇਵੀ ਦੇਵਤਾ ਗੁਰੂ ਦੀ ਬਰਾਬਰੀ ਨਹੀਂ ਕਰ ਸਕਦਾ। ਇੰਨਾ ਤੇਜ ਪ੍ਰਤਾਪ ਹੈ ਗੁਰੂ ਦਾ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਵੱਲ ਤੱਕੋ। ਜਦੋਂ ਔਰੰਗਜ਼ੇਬ ਜੰਝੂ ਲਾਉਂਦਾ ਸੀ ਤੇ ਬ੍ਰਾਹਮਣਾਂ ਨੇ ਬਥੇਰੇ ਥਾਂ ਪੁਕਾਰ ਕੀਤੀ, ਕਿਤੇ ਪੁਕਾਰ ਨਹੀਂ ਸੁਣੀ ਗਈ। ਕਿਸੇ ਦੇਵੀ ਦੇਵਤੇ ਨੇ ਪੁਕਾਰ ਨਹੀਂ ਸੁਣੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਜਾ ਕੇ ਦਿੱਲੀ ਚਾਂਦਨੀ ਚੌਂਕ ਆਪਣਾ ਸੀਸ ਦਿੱਤਾ, ਸਿੱਖਾਂ ਨੇ ਸ਼ਹਾਦਤ ਦਿੱਤੀ ਤੇ ਫਿਰ ਹਿੰਦੂ ਧਰਮ ਕਾਇਮ ਰਿਹਾ। ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮਹਿ ਸਾਕਾ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਗੁਰੂ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਹੁਕਮ ਰਜਾਈ ਚੱਲਣਾ, ਪਿੱਛੇ ਲੱਗੇ ਨੱਕ ਨਕੇਲਾ। ਸੋ ਰਜਾ ਦੇ ਕਰਨ ਵਾਲੇ ਗੁਰੂ ਦੇ ਹੁਕਮ ਦੇ ਵਿੱਚ ਪਿੱਛੇ ਲੱਗ ਕੇ ਸਾਰੇ ਇਉਂ ਤੁਰਦੇ ਐ, ਪਿੱਛੇ ਲੱਗੇ ਨੱਕ ਨਕੇਲਾ, ਜਿਵੇਂ ਨੱਕ ਦੇ ਵਿੱਚ ਨਕੇਲ ਪਾਈ ਹੁੰਦੀ ਹੈ। ਭਾਵ ਇਹ ਹੈ ਕਿ ਜਿਹੜੇ ਗੁਰੂ ਕੇ ਸਿੱਖ ਨੇ ਨਾ, ਗੁਰੂ ਕੇ ਪਿਆਰੇ, ਉਹ ਰਜਾ ਕਰਨ ਵਾਲੇ ਗੁਰੂ ਦੇ ਹੁਕਮ ਦੇ ਵਿੱਚ ਇਸ ਤਰ੍ਹਾਂ ਚੱਲਦੇ ਹੈ ਜਿਵੇਂ ਨੱਕ ਵਿੱਚ ਨਕੇਲ ਪਾਈ ਹੁੰਦੀ ਹੈ। ਭਾਵ ਇਹ ਹੈ ਕਿ ਪ੍ਰੇਮ ਦੀ ਜੋ ਨਕੇਲ ਹੈ ਨਾ, ਉਹਨਾਂ ਦੇ ਹਿਰਦੇ ਰੂਪ ਨੱਕ ਵਿੱਚ ਪਈ ਹੁੰਦੀ ਹੈ, ਜਿਸ ਕਰਕੇ ਗੁਰੂ ਦੇ ਪਿੱਛੇ ਪਿੱਛੇ ਚੱਲਦੇ ਹੈ। ਜੋ ਗੁਰੂ ਕਹਿੰਦਾ ਹੈ ਉਹਦੇ ਮੁਤਾਬਕ ਚੱਲਦੇ ਹੈ। ਅਤੇ ਗੁਰੂ ਦਾ ਸਿੱਖ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਜਾਂਦਾ, ਗੁਰੂ ਦੇ ਹੁਕਮ ਦੇ ਵਿੱਚ ਰਹਿੰਦਾ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਉਹੀ ਗੁਰੂ ਦਾ ਸਿੱਖ ਹੈ, ਰਿਸ਼ਤੇਦਾਰ ਹੈ, ਸਾਕ ਸੰਬੰਧੀ ਹੈ, ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਪ੍ਰੇਮ ਦੀ ਨਕੇਲ ਹਿਰਦੇ ਰੂਪ ਨੱਕ ਵਿੱਚ ਪਈ ਹੈ ਅਤੇ ਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਹੈ। ਗੁਰਮੁਖ ਸੱਚਾ ਅਮਰ ਸੁਹੇਲਾ। ਸੱਚਾ ਗੁਰਮੁਖ ਗੁਰੂ ਅਮਰਦਾਸ ਮਹਾਰਾਜ ਜੀ ਸੁਖ ਸਵਰੂਪ ਵਾਲੇ ਹਨ। ਸੱਚੇ ਗੁਰਮੁਖ ਹਨ ਗੁਰੂ ਅਮਰਦਾਸ ਜੀ। ਅਮਰ ਸੁਹੇਲਾ, ਔਰ ਸੁਹੇਲਾ ਸੁਖ ਸਰੂਪ ਵਾਲੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ। ਅਗਲੀ 12ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰਦੇ ਹੈ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੀ। ਜਿਵੇਂ ਇਸ 11ਵੀਂ ਪੌੜੀ ਵਿੱਚ ਜ਼ਿਕਰ ਕੀਤਾ ਹੈ, ਮਹਾਰਾਜ ਗੁਰੂ ਅਮਰਦਾਸ ਜੀ ਉਹੀ ਜੋਤ ਹੈ, ਔਰ ਦੁਨੀਆ ਦੀ ਜਿਹੜੀ ਸਾਹਿਬੀ ਹੈ, ਮਾਲਕੀ, ਉਸ ਨੂੰ ਗੁਰੂ ਨੇ ਝੂਠਾ ਜਾਣਿਆ ਹੈ। ਅਤੇ ਸੱਚ ਮਣੀ, ਸੱਚੇ ਮਦ ਵਿੱਚ, ਨਾਮ ਰਸ ਦੇ ਵਿੱਚ ਸਦਾ ਹੀ ਮਹਾਰਾਜ ਜੀ ਚੜ੍ਹਦੀਆਂ ਕਲਾਂ ਦੇ ਵਿੱਚ ਰਹਿੰਦੇ ਹੈ, ਔਰ ਗੁਰਸਿੱਖਾਂ ਨੂੰ ਚੜ੍ਹਦੀਆਂ ਕਲਾ ਦੇ ਵਿੱਚ ਰਹਿਣ ਦਾ ਉਪਦੇਸ਼ ਦਿੰਦੇ ਹੈ। ਸੋ 12ਵੀਂ ਪੌੜੀ ਵਿੱਚ ਵੀ ਸਤਿਗੁਰੂ ਅਮਰਦਾਸ ਮਹਾਰਾਜ ਜੀ ਦਾ ਹੀ ਜ਼ਿਕਰ ਕਰ ਰਹੇ ਹਨ। ਸਤਿਗੁਰ ਹੋਆ ਸਤਿਗੁਰ ਹੋ,
ਅਚਰਜ ਅਮਰ ਅਮਰ ਵਰਤਾਇਆ। ਸਤਿਗੁਰ ਹੋਆ। ਬਾਬਾ ਅਮਰਦਾਸ ਜੀ ਸਤਿਗੁਰੂ ਹੋ ਗਏ। ਕਿਸ ਤੋਂ? ਸਤਿਗੁਰਹੁ, ਗੁਰੂ ਅੰਗਦ ਦੇਵ ਜੀ ਤੋਂ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਜੂਰ 12 ਸਾਲ ਬਾਬਾ ਅਮਰਦਾਸ ਨੇ ਸੇਵਾ ਕੀਤੀ। ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਸਤਿਗੁਰੂ ਅਮਰਦਾਸ ਮਹਾਰਾਜ ਜੀ ਹੋ ਗਏ। ਅਚਰਜ ਅਮਰ ਅਮਰ ਵਰਤਾਇਆ। ਤੇ ਗੁਰੂ ਬਣ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਅਸਚਰਜ ਜੋ ਗੁਰੂ ਦਾ ਹੁਕਮ ਉਹ ਵਰਤਾਇਆ ਹੈ। ਗੁਰੂ ਦਾ ਹੁਕਮ ਪਰਮਾਤਮਾ ਦਾ ਨਾਮ ਜਪਣਾ ਤੇ ਜਪਾਉਣਾ, ਸੋ ਇਹ ਅਸਚਰਜ ਹੁਕਮ ਸੀ। ਸੋ ਨਾਮ ਦਾ ਤੇਜ ਪ੍ਰਤਾਪ ਕਰਨਾ, ਨਾਮ ਦੀ ਦਾਤ ਬਖਸ਼ਣੀ, ਇਹ ਅਸਚਰਜ ਹੁਕਮ ਗੁਰੂ ਅਮਰਦਾਸ ਮਹਾਰਾਜ ਨੇ ਵਰਤਾਇਆ। ਸੋ ਟਿੱਕਾ ਸੋ ਬਹਿਣਾ, ਸੋਈ ਸੱਚਾ ਹੁਕਮ ਚਲਾਇਆ। ਸੋ ਟਿੱਕਾ ਉਹੀ ਗੁਰਤਾ ਗੱਦੀ ਦਾ ਤਿਲਕ ਹੈ ਗੁਰੂ ਅਮਰਦਾਸ ਜੀ ਦੇ ਕੋਲ। ਸੋ ਬਹਿਣਾ ਤੇ ਉਹੀ ਗੁਰਗੱਦੀ ਦਾ ਸਿੰਘਾਸਨ ਹੈ ਗੁਰੂ ਅਮਰਦਾਸ ਮਹਾਰਾਜ ਦੇ ਕੋਲ। ਸੋਈ ਸੱਚਾ ਹੁਕਮ ਚਲਾਇਆ, ਤੇ ਉਹੀ ਜਿਹੜਾ ਹੁਕਮ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਦੇਵ ਜੀ ਨੇ ਚਲਾਇਆ, ਗੁਰੂ ਅਮਰਦਾਸ ਜੀ ਨੇ ਉਹੀ ਸੱਚਾ ਹੁਕਮ ਦੁਨੀਆ ਵਿੱਚ ਚਲਾਇਆ ਹੈ। ਨਾਮ ਦੀ ਦਾਤ ਬਖਸ਼ੀ ਹੈ, ਸੋ ਨਾਮ ਦਾ ਹੁਕਮ ਚਲਾਇਆ ਮਹਾਰਾਜ ਨੇ। ਖੋਲ ਖਜ਼ਾਨਾ ਸ਼ਬਦ ਦਾ, ਸਾਧ ਸੰਗਤ ਸੱਚ ਮੇਲ ਮਿਲਾਇਆ। ਸ਼ਬਦ ਦਾ ਖਜ਼ਾਨਾ ਖੋਲ੍ਹ ਦਿੱਤਾ ਗੁਰੂ ਅਮਰਦਾਸ ਜੀ ਨੇ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਬਾਣੀ ਉਚਾਰੀ, ਫਿਰ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜੋ ਅੰਮ੍ਰਿਤ ਬਚਨ ਬਾਣੀ ਉਚਾਰੀ, ਗੁਰਸਿੱਖਾਂ ਨੂੰ ਉਸ ਸ਼ਬਦ ਦੇ ਨਾਲ ਜੋੜਿਆ ਤੇ ਆਪ ਵੀ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਅਰਬੀ ਬਾਣੀ ਉਚਾਰੀ। ਸੋ ਇਸ ਤਰ੍ਹਾਂ ਸ਼ਬਦ ਦਾ ਖਜ਼ਾਨਾ ਖੋਲ੍ਹ ਦਿੱਤਾ। ਸ਼ਬਦ ਦੇ ਖਜ਼ਾਨੇ ਨੂੰ ਖੋਲ੍ਹ ਕੇ ਮਹਾਰਾਜ ਨੇ ਖੁੱਲ੍ਹੇ ਭੰਡਾਰੇ ਵਰਤਾਏ। ਜਿਹੜਾ ਵੀ ਕੋਈ ਆਉਂਦਾ ਸਤਿਗੁਰੂ ਦੀ ਸ਼ਰਨ ਦੇ ਵਿੱਚ, ਉਹਦੀ ਝੋਲੀ ਦੇ ਵਿੱਚ ਨਾਮ ਦੀ ਸ਼ਬਦ ਦੀ ਸਤਿਗੁਰੂ ਦਾਤ ਪਾਉਂਦੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਸ਼ਬਦ ਦਾ ਖਜ਼ਾਨਾ ਖੋਲ੍ਹ ਕੇ ਮਹਾਰਾਜ ਨੇ ਵਰਤਾਇਆ ਹੈ। ਸਾਧ ਸੰਗਤ ਸੱਚ ਮੇਲ ਮਿਲਾਇਆ, ਤੇ ਸਾਧ ਸੰਗਤ ਦਾ ਸੱਚਾ ਮੇਲ ਸਤਿਗੁਰੂ ਨੇ ਮਿਲਾਇਆ। ਸਾਧ ਸੰਗਤ ਜੋ ਹੈ, ਸੱਚੇ ਸਤ ਸੰਗੀਆਂ ਦਾ ਇਹ ਮੇਲ ਮਹਾਰਾਜ ਨੇ ਮਿਲਾਇਆ। ਗੁਰ ਚੇਲਾ ਪਰਵਾਨ ਕਰ, ਚਾਰ ਵਰਨ ਲੈ ਪੈਰੀ ਪਾਇਆ। ਗੁਰੂ ਨੇ ਚੇਲੇ ਨੂੰ ਪ੍ਰਮਾਣੀਕ ਬਣਾ ਦਿੱਤਾ। ਗੁਰੂ ਕੌਣ? ਗੁਰੂ ਅੰਗਦ ਦੇਵ ਮਹਾਰਾਜ ਜੀ। ਚੇਲਾ ਕੌਣ ਸਨ? ਗੁਰੂ ਅਮਰਦਾਸ ਜੀ। ਸੋ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਚੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪ੍ਰਵਾਣੀਕ ਬਣਾ ਕੇ ਚਾਰੇ ਹੀ ਵਰਨਾਂ ਦੇ ਲੋਕ ਜਿਹੜੇ ਸਨ ਉਹਨਾਂ ਨੂੰ ਲਿਆ ਕੇ ਸਤਿਗੁਰੂ ਅਮਰਦਾਸ ਮਹਾਰਾਜ ਦੇ ਚਰਨੀ ਪਾ ਦਿੱਤਾ। ਗੁਰਮੁਖ ਇੱਕ ਧਿਆਈ ਹੈ, ਦੁਰਮਤ ਦੂਜਾ ਭਾਉ ਮਿਟਾਇਆ। ਚਾਰ ਵਰਨ ਕਿਹੜੇ? ਜਿਹੜੇ ਆਪੋ ਵਿੱਚ ਖਹਿ ਖਹਿ ਮਰਦੇ ਸੀ, ਨਹੀਂ, ਉਹ ਨਹੀਂ। ਚੌਹਾਂ ਵਰਨਾਂ 'ਚੋਂ ਜਿਹੜੇ ਜਿਹੜੇ ਵੀ ਸਿੱਖ ਬਣੇ ਹੈ, ਸੋ ਉਹ ਗੁਰੂ ਕੇ ਸਿੱਖ, ਉਹਨਾਂ ਨੇ ਗੁਰਮੁਖਾਂ ਵਾਂਗ ਇੱਕ ਪਰਮਾਤਮਾ ਨੂੰ ਧਿਆਇਆ। ਔਰ ਗੁਰੂ ਸਤਿਗੁਰੂ ਅਮਰਦਾਸ ਜੀ ਨੇ ਦੁਰਮਤ ਦੂਜਾ ਭਾਉ ਮਿਟਾਇਆ। ਉਹਨਾਂ ਦੇ ਅੰਦਰੋਂ ਦੁਰਮਤ, ਭੈੜੀ ਮਤ ਅਤੇ ਦਵੈਤ ਭਾਵ ਨੂੰ ਮੇਟ ਦਿੱਤਾ, ਦੂਰ ਕਰ ਦਿੱਤਾ। ਐਸਾ ਗੁਰਸਿੱਖਾਂ ਦਾ ਉੱਚਾ ਜੀਵਨ ਸਤਿਗੁਰੂ ਅਮਰਦਾਸ ਜੀ ਨੇ ਬਣਾ ਦਿੱਤਾ। ਕੁਲਾ ਧਰਮ ਗੁਰ ਸਿੱਖ ਸਭ, ਮਾਇਆ ਵਿੱਚ ਉਦਾਸ ਰਹਾਇਆ। ਕੁਲਾ ਧਰਮ ਗੁਰ ਸਿੱਖ ਸਭ, ਸਾਰੇ ਗੁਰਸਿੱਖਾਂ ਦਾ ਕੁਲਾ ਧਰਮ ਇੱਕੋ ਹੀ ਬਣਾ ਦਿੱਤਾ। ਜਿਵੇਂ ਹਰੇਕ ਕੁਲ ਦੀ ਧਰਮ, ਕੁਲ ਦਾ ਧਰਮ ਵੱਖੋ ਵੱਖਰਾ ਸੀ ਨਾ, ਬ੍ਰਾਹਮਣਾਂ ਦਾ ਵੱਖਰਾ, ਖੱਤਰੀਆਂ ਦਾ ਵੱਖਰਾ, ਸ਼ੂਦਰਾਂ ਅਤੇ ਵੈਸ਼ਾਂ ਦਾ ਵੱਖਰਾ। ਉਹ ਆਪੋ ਆਪਣੀ ਕੁਲ ਰੀਤੀ ਨੂੰ ਕਰਦੇ, ਉਹਦੇ ਮੁਤਾਬਕ ਚੱਲਦੇ। ਸਤਿਗੁਰੂ ਨੇ ਖਾਨਦਾਨੀ ਇੱਕ ਹੀ ਧਰਮ ਗੁਰਸਿੱਖੀ ਦਾ ਬਣਾ ਦਿੱਤਾ। ਕੁਲਾ ਧਰਮ ਗੁਰਸਿੱਖ ਸਭ,
ਮਾਇਆ ਵਿੱਚ ਉਦਾਸ ਰਹਾਇਆ। ਸਾਰਿਆਂ ਸਿੱਖਾਂ ਦਾ ਕੁਲਾ ਧਰਮ ਹੁਣ ਕੀ ਹੈ? ਜੋ ਮਾਇਆ ਵਿੱਚ ਸਤਿਗੁਰੂ ਨੇ ਉਦਾਸ ਰੱਖਿਆ ਏ, ਇਹੀ ਕੁਲ ਧਰਮ ਹੈ ਸਾਰਿਆਂ ਦਾ। ਗੁਰਸਿੱਖ ਬੜੇ ਪ੍ਰੇਮ ਭਾਵ ਦੇ ਨਾਲ ਆਪਸ ਵਿੱਚ ਰਹਿੰਦੇ ਹੈ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਤੋ ਇੱਕ ਦੂਜੇ ਨੂੰ ਨਾ ਉੱਚਾ ਨੀਵਾਂ ਦਿਖਾਉਣ ਦਾ ਯਤਨ ਕਰਦੇ ਹੈ। ਸੋ ਇਸ ਤਰ੍ਹਾਂ ਦਾ ਕੁਲਾ ਧਰਮ, ਕੁਲ ਦਾ ਧਰਮ ਇੱਕ ਹੀ ਬਣਾਤਾ ਮਹਾਰਾਜ ਨੇ ਗੁਰਸਿੱਖ। ਪੂਰੇ ਪੂਰਾ ਥਾਟ ਬਣਾਇਆ। ਪੂਰੇ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਪੂਰਾ ਥਾਟ ਬਣਾ ਦਿੱਤਾ, ਪੂਰੀ ਬਨਾਵਟ ਬਣਾ ਦਿੱਤੀ। ਗੁਰੂ ਅੰਗਦ ਦੇਵ ਜੀ ਨੇ ਸੱਚਖੰਡ ਪਿਆਨੇ ਤੋਂ ਪਹਿਲਾਂ ਸਾਰੀ ਪੂਰੀ ਬਨਾਵਟ ਬਣਾ ਦਿੱਤੀ ਕਿ ਜਦੋਂ ਅਸੀਂ ਸੱਚਖੰਡ ਜਾਵਾਂਗੇ, ਇਹ ਪੰਜ ਭੌਤਿਕ ਸਰੀਰ ਆਪਣਾ ਅਲੋਪ ਕਰਾਂਗੇ, ਸਾਡੇ ਜਾਣ ਤੋਂ ਪਿੱਛੋਂ ਗੁਰੂ ਕੇ ਸਿੱਖ ਸਤਿਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਦੇ ਵਿੱਚ ਸਦਾ ਹੀ ਲਾਭ ਲੈਂਦੇ ਰਹਿਣ, ਨਾਮ ਬਾਣੀ ਦਾ ਅਭਿਆਸ ਕਰਦੇ ਰਹਿਣ। ਸੋ ਆਪਣੇ ਜਾਣ ਤੋਂ ਪਹਿਲੋਂ ਪੂਰੇ ਗੁਰੂ ਦਾ ਸਤਿਗੁਰੂ ਅੰਗਦ ਦੇਵ ਜੀ ਨੇ ਇੰਤਜ਼ਾਮ ਕਰ ਦਿੱਤਾ। ਗੁਰੂ ਅਮਰਦਾਸ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਗੁਰਸਿੱਖਾਂ ਨੂੰ ਪਾ ਦਿੱਤਾ। 13ਵੀਂ ਪੌੜੀ ਦੇ ਵਿੱਚ ਵੀ ਤੀਸਰੇ ਪਾਤਸ਼ਾਹ ਦਾ ਹੀ ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰ ਰਹੇ ਹੈ, ਗੁਰੂ ਅਮਰਦਾਸ ਮਹਾਰਾਜ ਜੀ ਦੀ ਮਹਿਮਾ ਕਰ ਰਹੇ ਹੈ। ਆਦਿ ਪੁਰਖ ਆਦੇਸ ਕਰ, ਆਦਿ ਜੁਗਾਦ ਸ਼ਬਦ ਵਰਤਾਇਆ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਆਦਿ ਪੁਰਖ ਵਾਹਿਗੁਰੂ ਨੂੰ ਨਮਸਕਾਰ ਕੀਤੀ ਹੈ ਤੇ ਆਦਿ ਪੁਰਖ ਨੇ ਹੀ ਗੁਰੂ ਦਾ ਸਵਰੂਪ ਧਾਰ ਕੇ ਆਦਿ ਤੋਂ ਮੁੱਢ ਤੋਂ ਤੇ ਜੁਗਾਦ ਜਦੋਂ ਤੋਂ ਯੁੱਗ ਬਣੇ ਉਦੋਂ ਤੋਂ ਸ਼ਬਦ ਵਰਤਾਇਆ ਸੰਸਾਰ ਦੇ ਵਿੱਚ, ਸ਼ਬਦ ਦੀ ਦਾਤ ਦਿੱਤੀ ਹੈ। ਨਾਮਦਾਨ ਇਸਨਾਨ ਦੇੜ, ਗੁਰ ਸਿੱਖ ਦੇ ਸੰਸਾਰ ਤਰਾਇਆ। ਸਤਿਗੁਰੂ ਨੇ ਕੀ ਕੀਤਾ? ਨਾਮ ਦਾਨ ਇਸਨਾਨ ਦਿੜ। ਵਾਹਿਗੁਰੂ ਨੇ ਗੁਰੂ ਨਾਨਕ ਨੂੰ ਔਰ ਫਿਰ ਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਅੰਗਦ ਦੇਵ ਜੀ ਨੇ, ਗੁਰੂ ਅਮਰਦਾਸ ਜੀ ਨੇ ਸੰਸਾਰ ਦੇ ਲੋਕਾਂ ਨੂੰ ਨਾਮ ਜਪਣਾ, ਦਾਨ ਕਰਨਾ, ਇਸ਼ਨਾਨ ਕਰਨਾ ਇਹ ਦ੍ਰਿੜ ਕਰਵਾ ਦਿੱਤਾ। ਗੁਰ ਸਿੱਖ ਦੇ, ਗੁਰੂ ਦੀ ਸਿੱਖਿਆ ਦੇ ਕਰਕੇ ਸੰਸਾਰ ਤਰਾਇਆ, ਸਾਰੇ ਸੰਸਾਰ ਨੂੰ ਸਤਿਗੁਰੂ ਨੇ ਤਾਰ ਦਿੱਤਾ। ਕਲੀ ਕਾਲ ਇੱਕ ਪੈਰ ਹੋਏ, ਚਾਰ ਚਰਨ ਕਰ ਧਰਮ ਧਰਾਇਆ। ਕਲੀ ਕਾਲ, ਕਲਯੁਗ ਦੇ ਸਮੇਂ ਵਿੱਚ ਜੋ ਧਰਮ ਰੂਪ ਧੌਲ ਇੱਕ ਪੈਰ 'ਤੇ ਖੜਾ ਰਹਿਣ ਵਾਸਤੇ ਮਜਬੂਰ ਹੋ ਗਿਆ, ਕਿਉਂਕਿ ਲੋਕੀ ਦਾਨ ਕਰਕੇ ਹੀ ਸਾਰੇ ਕਰਮ ਧਰਮ ਕਰ ਲਏ ਸਮਝਦੇ ਸਨ, ਇੱਕ ਹੀ ਪੈਰ ਰਹਿ ਗਿਆ ਸੀ। ਸੋ ਕਲਯੁਗ ਦੇ ਸਮੇਂ ਵਿੱਚ ਜੋ ਧਰਮ ਇੱਕ ਪੈਰ 'ਤੇ ਖੜੋਤਾ ਸੀ, ਚਾਰ ਚਰਨ ਕਰ ਧਰਮ ਧਰਾਇਆ। ਸਤਿਗੁਰੂ ਨੇ ਚਾਰੇ ਧਰਮ ਦੇ ਚਰਨ ਕਾਇਮ ਕਰਕੇ ਉਹਨੂੰ ਟਿਕਾ ਦਿੱਤਾ, ਭਾਵ ਧਰਮ ਨੂੰ ਪੂਰਨ ਤੌਰ 'ਤੇ ਮਹਾਰਾਜ ਨੇ ਕਾਇਮ ਕਰ ਦਿੱਤਾ। ਚਾਰੇ ਚਰਨ ਸਤਿਗੁਰੂ ਨੇ ਧਰਮ ਦੇ ਕਾਇਮ ਕੀਤੇ। ਨਾਮ ਦਾਨ ਇਸ਼ਨਾਨ ਤੇ ਗਿਆਨ, ਇਹ ਚਾਰ ਜਿਹੜੇ ਨੇ ਧਰਮ ਦੇ ਚਰਨ ਹਨ, ਜਿਹਦੇ ਆਸਰੇ ਧਰਮ ਰੂਪ ਧੌਲ ਖਲੋਤਾ ਰਹਿੰਦਾ ਹੈ। ਅਥਵਾ ਵਿਦਵਾਨਾਂ ਨੇ ਸਤ, ਸੰਤੋਖ, ਵਿਚਾਰ ਤੇ ਨਾਮ, ਇਹ ਜਿਹੜੇ ਨੇ ਇਹ ਵੀ ਚਾਰ ਧਰਮ ਦੇ ਚਰਨ ਮੰਨੇ ਹੈ। ਭਾਵ ਇਹ ਹੈ ਕਿ ਮਹਾਰਾਜ ਨੇ ਧਰਮ ਨੂੰ ਪੂਰਾ ਸਾਬਤ ਕਰ ਦਿੱਤਾ। ਜਿਹੜਾ ਧਰਮ ਡਿੱਗਦਾ ਜਾ ਰਿਹਾ ਸੀ, ਧਰਮ ਦੀ ਮਰਿਆਦਾ ਕਾਇਮ ਕਰ ਦਿੱਤੀ ਸਤਿਗੁਰੂ ਜੀ ਨੇ। ਭੱਲਾ ਭਲਾ ਭਲਿਆਈ ਉਹ, ਪਿਓ ਦਾਦੇ ਦਾ ਰਾਹੋ ਚਲਾਇਆ। ਸਤਿਗੁਰੂ ਅਮਰਦਾਸ ਮਹਾਰਾਜ ਜੀ ਜੋ ਭੱਲਿਆਂ ਵਿੱਚੋਂ ਸਨ, ਭੱਲਾ ਜਾਤ ਵਾਲੇ ਸਤਿਗੁਰੂ ਅਮਰਦਾਸ ਜੀ ਨੇ ਸੰਸਾਰ ਦੇ ਵਿੱਚ ਭਲਾ ਕਰਕੇ ਅਨੇਕਾਂ ਹੀ ਲੋਕਾਂ ਨੂੰ ਪ੍ਰੇਮਾ ਭਗਤੀ ਦ੍ਰਿੜ ਕਰਵਾਈ।
ਮਹਾਰਾਜ ਜੀ ਨੇ ਨਾਮ ਦੀ ਦਾਤ ਬਖਸ਼ੀ। ਸੋ ਭਲਾਈ ਕਰਕੇ ਮਹਾਰਾਜ ਨੇ ਭਲਾ ਕੀਤਾ। ਪਿਓ ਦਾਦੇ ਦਾ ਰਾਹੋਂ ਚਲਾਇਆ ਅਤੇ ਪਿਓ ਦਾਦੇ ਦਾ ਰਾਹ ਮਹਾਰਾਜ ਨੇ ਅੱਗੇ ਚਲਾਈ ਰੱਖਿਆ। ਪਿਤਾ ਸਤਿਗੁਰੂ ਅੰਗਦ ਦੇਵ ਜੀ ਅਤੇ ਦਾਦਾ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ। ਸੋ ਪਿਤਾ ਦਾਦੇ ਦਾ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜਿਸ ਰਸਤੇ 'ਤੇ ਤੋਰਿਆ ਸਾਰੀ ਲੋਕਾਈ ਨੂੰ, ਸੋ ਉਸ ਗੁਰਸਿੱਖੀ ਮਾਰਗ ਨੂੰ ਅੱਗੇ ਸਤਿਗੁਰੂ ਅਮਰਦਾਸ ਜੀ ਨੇ ਤੋਰੀ ਰੱਖਿਆ। ਅਗਮ ਅਗੋਚਰ ਗਹਿਣ ਗਤ, ਸ਼ਬਦ ਸੁਰਤ ਲਿਵ ਅਲਖ ਲਖਾਇਆ। ਅਗਮ ਅਗੋਚਰ ਅਤੇ ਗਹਿਣ ਗਤ, ਜਿਨ੍ਹਾਂ ਦੀ ਗਤ ਅਵਸਥਾ ਨੂੰ ਜਾਣਨਾ ਬੜਾ ਗਹਿਣ ਕਠਿਨ ਹੈ। ਅਗਮ ਅਗੋਚਰ ਗਹਿਣ ਗਤ ਜੋ ਪਰਮੇਸ਼ਰ ਹੈ, ਜੋ ਅਲੱਖ ਸਰੂਪ ਹੈ, ਗੁਰੂ ਅਮਰਦਾਸ ਮਹਾਰਾਜ ਨੇ ਰਹਿਮਤ ਕੀਤੀ। ਸ਼ਬਦ ਸੁਰਤ ਦੀ ਲਿਵ ਨਾਲ ਗੁਰਸਿੱਖਾਂ ਨੂੰ ਉਹਦੇ ਬਾਰੇ ਲਿਖਾ ਦਿੱਤਾ, ਜਣਾ ਦਿੱਤਾ। ਭਾਵ ਪਰਮੇਸ਼ਰ ਬਾਰੇ ਜਣਾਇਆ ਵੀ ਸ਼ਬਦ ਦੇ ਵਿੱਚ ਜੁੜੋ, ਸ਼ਬਦ ਦੇ ਨਾਲ ਲਿਵ ਲਾਵੋ ਅਤੇ ਮਾਲਕ ਵਾਹਿਗੁਰੂ ਪਰਮਾਤਮਾ ਨੂੰ ਜਾਣੋਗੇ। ਅਨੇਕਾਂ ਗੁਰਸਿੱਖਾਂ ਨੂੰ ਪਰਮੇਸ਼ਰ ਬਾਰੇ ਸਤਿਗੁਰੂ ਨੇ ਜਣਾਇਆ। ਅਪਰੰਪਰ ਆਗਾਧ ਬੋਧ, ਪਾਰਮਿਤ ਪਾਰਾਵਾਰ ਨ ਪਾਇਆ। ਅਪਰੰਪਰ ਸਤਿਗੁਰੂ ਅਮਰਦਾਸ ਮਹਾਰਾਜ ਜੀ ਪਰੇ ਤੋਂ ਪਰੇ ਹਨ। ਆਗਾਧ ਬੋਧ, ਬੋਧ ਤੋਂ ਭਾਵ ਜੋ ਗੁਰੂ ਦਾ ਗਿਆਨ ਹੈ ਇਹ ਬੜਾ ਆਗਾਧ ਡੂੰਘਾ ਹੈ। ਪਰ ਮਿੱਤ ਤੋਂ ਪਰੇ ਨੇ, ਮਰਿਆਦਾ ਤੋਂ ਪਰੇ ਨੇ। ਇਸੇ ਲਈ ਕਿਸੇ ਨੇ ਵੀ ਅੱਜ ਤੱਕ ਸਤਿਗੁਰੂ ਦਾ ਪਾਰਾਵਾਰ ਨਹੀਂ ਪਾਇਆ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਆਪ ਪਰਮੇਸ਼ਰ ਸਵਰੂਪ ਹਨ। ਕੋਈ ਸਤਿਗੁਰੂ ਦਾ ਪਾਰਾਵਾਰ ਨਹੀਂ ਪਾ ਸਕਿਆ। ਭੱਟਾਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਿਫਤ ਕਰਦਿਆਂ ਅੰਮ੍ਰਿਤ ਬਚਨ ਲਿਖੇ ਹਨ। ਕਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਸਤਿਗੁਰੂ ਤੁਹਾਡੇ ਗੁਣਾਂ ਦਾ ਕੋਈ ਪਾਰਾਵਾਰ ਨਹੀਂ। ਸੋ ਗੁਰੂ ਦਾ ਪਾਰਾਵਾਰ ਕਿਸੇ ਨੇ ਵੀ ਅੱਜ ਤੱਕ ਨਹੀਂ ਪਾਇਆ। ਆਪੇ ਆਪ ਨ ਆਪ ਜਣਾਇਆ। ਸਤਿਗੁਰੂ ਅਮਰਦਾਸ ਜੀ ਨੇ ਆਪੇ ਆਪ ਹੋ ਕੇ ਆਪਣਾ ਆਪ ਕਦੇ ਨਹੀਂ ਜਣਾਇਆ। ਸੇਵਾ ਕੀਤੀ, ਘਾਲਣਾ ਘਾਲੀ 12 ਸਾਲ ਲੰਮੀ ਘਾਲਣਾ, ਗੁਰੂ ਬਣੇ। ਜਦੋਂ ਆਪ ਗੁਰੂ ਬਣੇ ਫਿਰ ਕਦੇ ਆਪਾ ਨਹੀਂ ਜਣਾਇਆ। ਮੈਂ ਮੇਰੀ ਕਦੇ ਵੀ ਨਹੀਂ ਸਤਿਗੁਰੂ ਨੇ ਕੀਤੀ। ਇੰਨੀ ਨਿਮਰਤਾ ਜਦੋਂ ਗੋਇੰਦਵਾਲ ਦੀ ਧਰਤੀ 'ਤੇ ਆ ਕੇ ਸਤਿਗੁਰੂ ਅੰਗਦ ਦੇਵ ਮਹਾਰਾਜ ਦੇ ਸਪੁੱਤਰ ਬਾਬਾ ਦਾਤੂ ਜੀ ਲੱਤ ਦਾ ਪ੍ਰਹਾਰ ਕਰਦੇ ਹੈ, ਮਹਾਰਾਜ ਜੀ ਹੇਠਾਂ ਡਿੱਗ ਪੈਂਦੇ ਹੈ ਅਤੇ ਉਸੇ ਵੇਲੇ ਉੱਠ ਕੇ ਬਾਬੇ ਦਾਤੂ ਦੇ ਚਰਨ ਫੜ ਕੇ ਇਹ ਸ਼ਬਦ ਕਹਿੰਦੇ ਹਨ, ਮੇਰਾ ਸਰੀਰ ਬਜ਼ੁਰਗ ਹੈ, ਇਹ ਹੱਡੀਆਂ ਦੀ ਮੁੱਠ ਬਣ ਚੁੱਕਾ ਹੈ, ਤੁਹਾਡੇ ਚਰਨ ਕੋਮਲ ਹਨ, ਤੁਸੀਂ ਗੁਰੂ ਸਪੁੱਤਰ ਹੋ, ਲਿਆਓ ਤੁਹਾਡੇ ਚਰਨਾਂ ਨੂੰ ਦਬਾ ਦਈਏ, ਤੁਹਾਡੇ ਚਰਨਾਂ ਨੂੰ ਦੁੱਖ ਹੋਇਆ ਹੋਵੇਗਾ। ਇੰਨੀ ਨਿਮਰਤਾ ਧੰਨ ਗੁਰੂ ਅਮਰਦਾਸ ਮਹਾਰਾਜ ਵਿੱਚ ਸੀ। ਔਰ ਨਾਲ ਹੀ ਕਹਿ ਗੁਰੂ ਸਪੁੱਤਰ ਆਇਆ ਅਤੇ ਮੈਂ ਉੱਠ ਕੇ ਸਨਮਾਨ ਨਹੀਂ ਕੀਤਾ, ਇਹ ਸਰੀਰ ਇਹੀ ਸਜ਼ਾ ਦੇ ਯੋਗ ਹੈ। ਗੁਰੂ ਅਮਰਦਾਸ ਮਹਾਰਾਜ ਵਰਗਾ ਕੌਣ ਹੈ? ਸਤਿਗੁਰੂ ਅਮਰਦਾਸ ਜੀ ਨੇ ਕਦੇ ਵੀ ਆਪਾ ਨਹੀਂ ਜਣਾਇਆ ਹੈ। 14ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਜ਼ਿਕਰ ਕਰਦੇ, ਸਤਿਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਕਰਦੇ ਹੈ। ਰਾਗ ਦੋਖ ਨਿਰਦੋਖ ਹੈ, ਰਾਜ ਜੋਗ ਵਰਤੈ ਵਰਤਾਰਾ। ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਰ ਐਸਾ ਹੈ ਜਿੱਥੇ ਰਾਗ ਅਤੇ ਦੋਖ, ਰਾਗ ਕਹਿੰਦੇ ਨੇ ਮੋਹ ਕਰਨਾ, ਅਤੇ ਦੋਖ
ਕਿਸੇ ਨਾਲ ਵੈਰ ਰੱਖਣਾ। ਨਿਰਦੋਖ ਇਹਨਾਂ ਦੋਸ਼ਾਂ ਤੋਂ ਰਹਿਤ ਹਨ ਸਤਿਗੁਰੂ ਰਾਮਦਾਸ ਮਹਾਰਾਜ ਜੀ। ਨਾ ਕਿਸੇ ਨਾਲ ਮੋਹ ਹੈ, ਨਾ ਹੀ ਕਿਸੇ ਨਾਲ ਸਤਿਗੁਰੂ ਦਾ ਵੈਰ ਹੈ। ਨਿਰਦੋਖ ਹਨ ਸਤਿਗੁਰੂ ਸਾਰੇ ਦੋਸ਼ਾਂ ਤੋਂ। ਰਾਜ ਜੋਗ ਵਰਤੈ ਵਰਤਾਰਾ, ਤੇ ਰਾਜ ਜੋਗ ਗਿਆਨ ਜੋਗ ਦਾ ਵਰਤਾਰਾ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਵਰਤ ਰਿਹਾ ਹੈ। ਮਨਸਾ ਵਾਚਾ ਕਰਮਣਾ, ਮਰਮ ਨ ਜਾਪੈ ਅਪਰ ਅਪਾਰਾ। ਮਨਸਾ ਮਨ ਕਰਕੇ, ਵਾਚਾ ਦਾ ਅਰਥ ਬਚਨਾ ਕਰਕੇ, ਬੋਲਾਂ ਕਰਕੇ, ਤੇ ਕਰਮਣਾ ਕਰਮ ਭਾਵ ਸਰੀਰ ਕਰਕੇ। ਮਨ ਬਚਨ ਤੇ ਸਰੀਰ ਕਰਕੇ ਕੋਈ ਵੀ ਗੁਰੂ ਰਾਮਦਾਸ ਜੀ ਦਾ ਭੇਦ ਨਹੀਂ ਜਾਣਦਾ। ਮਰਮ ਨਾ ਜਾਪੈ ਅਪਰ ਅਪਾਰਾ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਅਪਰ ਅਪਾਰ ਹਨ। ਦਾਤਾ ਭੁਗਤਾ ਦਇਆ ਦਾਨ, ਦੇਵ ਸਥਲ ਸਤ ਸੰਗ ਉਧਾਰਾ। ਮਹਾਰਾਜ ਜੀ ਦਾਤਾ ਭੁਗਤਾ ਦਇਆ ਦਾਨ, ਸਤਿਗੁਰੂ ਜੀ ਦਇਆ ਕਰਕੇ ਦਾਨੀ ਕਹਾ ਕੇ ਕਿਤੇ ਤਾਂ ਆਪ ਦਾਤਾ ਹਨ, ਅਤੇ ਕਈਆਂ ਥਾਵਾਂ 'ਤੇ ਮਹਾਰਾਜ ਆਪ ਭੁਗਤਾ ਪਦਾਰਥਾਂ ਨੂੰ ਮਾਨਣ ਵਾਲੇ ਹਨ। ਦਾਤਾ ਵੀ ਹਨ ਅਤੇ ਭੁਗਤਾ ਪਦਾਰਥਾਂ ਨੂੰ ਭੋਗਣ ਵਾਲੇ ਮਾਨਣ ਵਾਲੇ ਹਨ। ਦੇਵ ਸਥਲ ਸਤ ਸੰਗ ਉਧਾਰਾ, ਸਤ ਸੰਗਤ ਦੇ ਜੋੜ ਵਾਸਤੇ ਅਤੇ ਸੰਸਾਰ ਦੇ ਉਧਾਰ ਵਾਸਤੇ ਗੁਰੂ ਰਾਮਦਾਸ ਜੀ ਨੇ ਦੇਵ ਸਥਲ ਦਾ ਅਰਥ ਦੇਵਤਿਆਂ ਦਾ ਸਥਾਨ, ਦੇਵ ਰੂਹਾਂ ਦਾ ਸਥਾਨ ਭਾਵ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮੁੱਢ ਬੰਨ੍ਹਿਆ। ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਆਪਾਂ ਪਿੱਛੇ ਸਰਵਣ ਕਰ ਚੁੱਕੇ ਹਾਂ। ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਪੂਰਨ ਤਾਲ ਜਿਹੜਾ ਅੰਮ੍ਰਿਤ ਸਰੋਵਰ ਨਾ, ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਪੂਰਾ ਖੁਦਵਾ ਦਿੱਤਾ ਸੀ, ਮੁੱਢ ਬੰਨ੍ਹ ਦਿੱਤਾ ਸੀ। ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਿਰਜਣਾ ਕੀਤੀ ਸੀ। ਮੁੱਢ ਸਤਿਗੁਰੂ ਰਾਮਦਾਸ ਜੀ ਬਣ ਗਏ। ਸੋ ਸਤ ਸੰਗਤ ਦੇ ਜੋੜ ਵਾਸਤੇ, ਸੰਸਾਰ ਦੇ ਉਧਾਰ ਲਈ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਉਹਦਾ ਮੁੱਢ ਬੰਨ੍ਹਿਆ ਹੈ। ਸਹਿਜ ਸਮਾਧ ਅਗਾਧ ਬੋਧ, ਸਤਿਗੁਰ ਸੱਚ ਸਵਾਰਨ ਹਾਰਾ। ਗੁਰੂ ਰਾਮਦਾਸ ਮਹਾਰਾਜ ਜੀ ਅਡੋਲ ਸਮਾਧੀ ਵਿੱਚ ਟਿਕੇ ਰਹਿੰਦੇ ਹਨ। ਅਗਾਧ ਬੋਧ, ਅਤੇ ਸਤਿਗੁਰੂ ਦਾ ਬੋਧ ਜੋ ਵਿਚਾਰ ਹੈ, ਗਿਆਨ ਹੈ, ਉਹ ਬਹੁਤ ਅਗਾਧ ਡੂੰਘਾ ਹੈ। ਸੱਚੇ ਨਾਮ ਦੇ ਲੜ ਲਾ ਕੇ ਮਹਾਰਾਜ ਜੀ ਸਾਰਿਆਂ ਨੂੰ ਸਵਾਰਨ ਵਾਲੇ ਹਨ। ਗੁਰ ਅਮਰਹੁ ਗੁਰ ਰਾਮਦਾਸ, ਜੋਤੀ ਜੋਤ ਜਗਾਏ ਜੁਹਾਰਾ। ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੀ ਜੋਤ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਦੀ ਜੋਤ ਜਗਾ ਦਿੱਤੀ, ਅਤੇ ਜੋਤ ਜਗਾ ਕੇ ਆਪ ਨੇ ਨਮਸਕਾਰ ਕੀਤੀ ਗੁਰੂ ਰਾਮਦਾਸ ਜੀ ਨੂੰ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਆਪਣੀ ਜੋਤ ਦੇ ਨਾਲ ਗੁਰੂ ਰਾਮਦਾਸ ਦੇ ਹਿਰਦੇ ਵਿੱਚ ਜੋਤ ਜਗਾਈ। ਜੁਹਾਰਾ ਦਾ ਅਰਥ ਫਿਰ ਆਪ ਮੱਥਾ ਟੇਕਿਆ। ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸਾਰਿਆਂ ਨੂੰ ਗੁਰੂ ਅਮਰਦਾਸ ਜੀ ਨੇ ਹੁਕਮ ਕੀਤਾ ਵੀ ਸਾਰੇ ਹੀ ਧੰਨ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕੋ। ਹੁਣ ਇਹ ਗੁਰੂ ਹਨ, ਅਤੇ ਅਸੀਂ ਆਪਣੇ ਇਸ ਪੰਜ ਭੌਤਿਕ ਸਰੀਰ ਨੂੰ ਲਾਂਭੇ ਕਰ ਲੈਣਾ ਹੈ, ਸੱਚਖੰਡ ਗਮਨ ਕਰਨਾ ਹੈ। ਤਾਂ ਮਹਾਰਾਜ ਦਾ ਹੁਕਮ ਸਾਰਿਆਂ ਨੇ ਮੰਨਿਆ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ। ਬਾਬਾ ਮੋਹਰੀ ਜੀ ਨੇ ਨਮਸਕਾਰ ਕੀਤੀ, ਪਰ ਬਾਬਾ ਮੋਹਨ ਜੀ ਨੇ ਉਦੋਂ ਨਮਸਕਾਰ ਨਹੀਂ ਸੀ ਕੀਤੀ। ਅਤੇ ਫਿਰ ਪੰਜਵੇਂ ਪਾਤਸ਼ਾਹ ਵੇਲੇ ਭੁੱਲ ਬਖਸ਼ਾਈ ਸੀ ਬਾਬਾ ਮੋਹਨ ਜੀ ਨੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਜਦੋਂ ਪੋਥੀਆਂ ਲੈਣ ਆਏ ਸੀ, ਸੋ ਜੋਤ ਤੋਂ ਜੋਤ ਜਗਾ ਕੇ ਨਮਸਕਾਰ ਕੀਤੀ। ਸ਼ਬਦ ਸੁਰਤ ਗੁਰ ਸਿੱਖ ਹੋਏ, ਅਨਹਦ ਬਾਣੀ ਨਿਜਰ ਧਾਰਾ। ਸੋ ਜਿਹੜੇ ਗੁਰਸਿੱਖ ਹੋ ਕੇ ਸ਼ਬਦ ਦੇ ਵਿੱਚ ਸੁਰਤ ਜੋੜਦੇ ਹੈ, ਉਹ ਇੱਕ ਰਸ ਬਾਣੀ ਦੀ ਅਨਹਦ ਧੁਨੀ ਦੇ ਅੰਮ੍ਰਿਤ ਨੂੰ ਪ੍ਰਾਪਤ ਕਰ ਲੈਂਦੇ ਆ, ਅਥਵਾ ਜੋ ਅਨਹਦ ਬਾਣੀ ਹੈ ਨਾ, ਉਹਦੀ ਨਿਜਰ ਧਾਰਾ, ਇੱਕ ਰਸ ਧਾਰਾ ਵਹਿੰਦੀ ਹੈ, ਉਹਦਾ ਆਨੰਦ ਗੁਰੂ ਕੇ ਸਿੱਖ ਮਾਣਦੇ ਹੈ।
ਤਖਤ ਬਖਤ ਪ੍ਰਗਟ ਪਹਾਰਾ। ਤਖਤ ਬਖਤ ਪ੍ਰਗਟ ਪਹਾਰਾ, ਗੁਰਤਾ ਗੱਦੀ ਦਾ ਤਖਤ ਔਰ ਬਖਤ ਚੰਗੇ ਭਾਗ ਇਹ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹਨ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਹਜੂਰ ਨੇ ਗੁਰਤਾ ਗੱਦੀ ਦਾ ਤਖਤ ਪ੍ਰਾਪਤ ਕੀਤਾ। ਇਹ ਗੁਰਤਾ ਗੱਦੀ ਦਾ ਗੁਰਿਆਈ ਦਾ ਤਖਤ, ਇਹ ਚੰਗੇ ਭਾਗ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹਨ। 15ਵੀਂ ਪੌੜੀ ਦੇ ਵਿੱਚ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਮਹਿਮਾ ਭਾਈ ਗੁਰਦਾਸ ਜੀ ਕਰ ਰਹੇ ਹੈ। ਪਿਉ ਦਾਦੇ ਜੇ ਵੇਹਾ, ਪੜ ਦਾਦੇ ਪਰਵਾਨ ਪੜੋਤਾ। ਪਿਉ ਦਾਦੇ ਜੇ ਵੇਹਾ, ਪਿਤਾ ਵਰਗਾ, ਦਾਦੇ ਵਰਗਾ ਤੇ ਪੜਦਾਦੇ ਵਰਗਾ। ਪੜੋਤਾ ਕੌਣ ਹੈ? ਗੁਰੂ ਰਾਮਦਾਸ ਮਹਾਰਾਜ ਜੀ ਪ੍ਰਵਾਨ ਹੋਏ ਹੈ। ਪਿਉ ਦਾਦੇ ਜੇ ਵੇਹਾ, ਗੁਰੂ ਰਾਮਦਾਸ ਮਹਾਰਾਜ ਹਜੂਰ ਦਾ ਜ਼ਿਕਰ ਕਰਦੇ ਨੇ। ਗੁਰਤਾ ਗੱਦੀ ਸਤਿਗੁਰੂ ਰਾਮਦਾਸ ਜੀ ਨੂੰ ਮਿਲੀ। ਗੁਰੂ ਅਮਰਦਾਸ ਮਹਾਰਾਜ ਦੇ ਹਜੂਰ ਰਹਿ ਕੇ ਸੇਵਾ ਕੀਤੀ। ਇਤਿਹਾਸ ਵਾਲੇ ਪਾਸੇ ਮੈਂ ਨਹੀਂ ਜਾਣਾ, ਤੁਸੀਂ ਬੜੀ ਵਾਰ ਸਰਵਣ ਕੀਤਾ। ਬਚਪਨ ਵਿੱਚ ਘੁੰਗਣੀਆਂ ਵੇਚੀਆਂ, ਗੁਰੂ ਅਮਰਦਾਸ ਮਹਾਰਾਜ ਦੇ ਦਰ 'ਤੇ ਸੇਵਾ ਕੀਤੀ। ਮਹਾਰਾਜ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਦਾ ਰਿਸ਼ਤਾ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਵਿਆਹ ਕੀਤਾ। ਅਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਦੇ ਵੀ ਸੰਸਾਰੀ ਰਿਸ਼ਤਾ ਜਾਣ ਕੇ ਗੁਰੂ ਅਮਰਦਾਸ ਜੀ ਨੂੰ ਨਹੀਂ ਜਾਣਿਆ, ਪਰਮੇਸ਼ਰ ਰੂਪ ਕਰਕੇ ਜਾਣਿਆ ਅਤੇ ਗੁਰਿਆਈ ਦੀ ਦਾਤ ਪ੍ਰਾਪਤ ਹੋਈ। ਗੁਰੂ ਰਾਮਦਾਸ ਮਹਾਰਾਜ ਦੇ ਪਿਤਾ ਜੀ ਧੰਨ ਗੁਰੂ ਅਮਰਦਾਸ ਜੀ। ਦਾਦਾ ਕੌਣ ਨੇ? ਸਤਿਗੁਰੂ ਅੰਗਦ ਦੇਵ ਮਹਾਰਾਜ ਦੀ। ਅਤੇ ਪੜਦਾਦਾ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਪੁੱਤਰ ਗੁਰੂ ਅੰਗਦ ਦੇਵ ਜੀ। ਸਿਧਾਂਤ ਦੀ ਗੱਲ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪੋਤਰੇ ਗੁਰੂ ਅਮਰਦਾਸ ਮਹਾਰਾਜ ਜੀ ਅਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪੜਪੋਤੇ ਗੁਰੂ ਰਾਮਦਾਸ ਜੀ। ਇਹ ਜ਼ਿਕਰ ਜਿਵੇਂ ਸੰਸਾਰੀ ਰਿਸ਼ਤਾ ਹੁੰਦਾ ਨਾ, ਪਿਤਾ ਪੁੱਤਰ ਪੋਤਰਾ ਫਿਰ ਪੜੋਤਾ, ਭਾਈ ਗੁਰਦਾਸ ਸਾਹਿਬ ਜੀ ਨੇ ਸੰਸਾਰੀ ਰਿਸ਼ਤੇ ਨੂੰ ਮੁੱਖ ਰੱਖ ਕੇ ਜੋ ਗੁਰੂ ਦਾ ਰੂਹਾਨੀ ਰਿਸ਼ਤਾ ਹੈ ਉਹਦਾ ਜ਼ਿਕਰ ਕੀਤਾ ਹੈ। ਪਿਉ ਦਾਦੇ ਜੇ ਵੇਹਾ, ਪੜਦਾਦੇ ਪਰਵਾਨ ਪੜੋਤਾ। ਪਿਤਾ ਗੁਰੂ ਅਮਰਦਾਸ ਮਹਾਰਾਜ ਵਰਗਾ ਔਰ ਦਾਦਾ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਵਰਗਾ, ਪੜਦਾਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵਰਗਾ, ਹਜੂਰ ਦੀ ਕੁਲ ਵਿੱਚ ਉਹਨਾਂ ਵਰਗਾ ਪਰਵਾਣੀਕ ਪੜੋਤਾ ਗੁਰੂ ਰਾਮਦਾਸ ਮਹਾਰਾਜ ਜੀ ਹੋਏ ਹੈ। ਗੁਰਮਤਿ ਜਾਗ ਜਗਾਇਆ, ਕਲ ਜੁਗੇ ਅੰਦਰ ਕੌੜਾ ਸੋਤਾ। ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਦੀ ਮੱਤ ਸਿੱਖਿਆ ਲੈ ਕੇ ਕਲਯੁਗ ਦੇ ਅੰਦਰ ਆਪ ਜਾਗ ਕੇ ਹੋਰਾਂ ਨੂੰ ਸਤਿਗੁਰੂ ਨੇ ਜਗਾਇਆ ਹੈ। ਕਲਯੁਗ ਅੰਦਰ ਕੌੜਾ ਸੋਤਾ। ਕੌੜਾ ਸੋਤਾ ਕਹਿੰਦੇ ਜਿਹੜੀ ਉਥਾਰੇ ਦੀ ਨੀਂਦ ਹੁੰਦੀ ਹੈ। ਰੇ ਜਨ ਉਥਾਰੈ ਦੱਬੇ ਉਹ ਸੁੱਤਿਆ ਗਈ ਵਿਹਾਏ। ਕਈ ਵਾਰ ਬੰਦਾ ਰਾਤ ਨੂੰ ਸੁੱਤਾ ਹੁੰਦਾ, ਉਹਦੇ ਹੱਥ ਛਾਤੀ 'ਤੇ ਹੁੰਦੇ, ਸਰੀਰ ਨਿਡਾਲ ਹੋਇਆ ਹੁੰਦਾ ਹੈ। ਇਉਂ ਲੱਗਦਾ ਪਤਾ ਨਹੀਂ ਕਿੰਨੇ ਭਾਰ ਪਾ ਦਿੱਤਾ, ਕਿਸੇ ਨੇ ਦੱਬ ਹੀ ਲਿਆ ਆ ਕੇ। ਬੰਦਾ ਬੋਲਣ ਦਾ ਯਤਨ ਕਰਦਾ ਹੈ, ਕਈ ਵਾਰ ਉਹ ਚੀਕਾਂ ਵੀ ਮਾਰਦਾ ਹੈ, ਵੜਾਉਂਦਾ ਵੀ ਹੈ, ਹਿੱਲਿਆ ਨਹੀਂ ਜਾਂਦਾ ਉਹਦੇ ਪਾਸੋਂ। ਉਥਾਰੇ ਦੀ ਨੀਂਦ। ਅਤੇ ਜਦੋਂ ਜਾਗ ਆ ਜਾਏ ਜਾਂ ਕੋਲੋਂ ਕੋਈ ਜਗਾ ਦੇਵੇ ਅਤੇ ਫਿਰ ਉਹ ਸਾਰਾ ਜਿਹੜਾ ਭਾਰ ਪਿਆ ਹੁੰਦਾ ਸਾਰਾ ਹੀ ਦੂਰ ਹੋ ਜਾਂਦਾ ਹੈ। ਜਾ ਕੇ ਪਤਾ ਲੱਗਦਾ ਸੁੱਤਾ ਪਿਆ ਸੀ। ਸੋ ਜੋ ਉਥਾਰੇ ਦੀ ਨੀਂਦ, ਅਗਿਆਨਤਾ ਦੀ ਨੀਂਦ ਹੈ, ਸਤਿਗੁਰੂ ਗੁਰੂ ਰਾਮਦਾਸ ਜੀ ਨੇ ਉਹਦੇ ਤੋਂ ਜਗਾਇਆ ਸਾਰਿਆਂ ਨੂੰ। ਅਥਵਾ ਕੌੜਾ ਸੋਤਾ ਤੋਂ ਭਾਵ ਜੋ ਨੀਂਦ ਤੋਂ ਜਗਾਉਣਾ ਨਾ ਕਿਸੇ ਨੂੰ, ਜਿਹਨੂੰ ਜਗਾਇਆ ਜਾਂਦਾ ਉਹਨੂੰ ਕੌੜਾ ਲੱਗਦਾ ਹੈ। ਉਹਨੂੰ ਜਿਹਨੂੰ ਉਠਾਈਏ ਜਿਹੜਾ ਨੀਂਦ ਵਿੱਚ ਹੈ, ਉਹ ਪਲ ਉਹਨੂੰ ਇਹ ਹੁੰਦਾ ਹੈ ਕਿ ਮੈਨੂੰ ਕੋਈ ਕਿਉਂ ਉਠਾ ਰਿਹਾ ਹੈ। ਸੋ ਮਹਾਰਾਜ ਜੀ ਰਹਿਮਤ ਕੀਤੀ, ਗੁਰੂ ਰਾਮਦਾਸ ਜੀ ਨੇ ਸ਼ਬਦ ਦੇ ਰਾਹੀਂ ਸੰਸਾਰ ਨੂੰ ਜਗਾਇਆ ਹੈ। ਦੀਨ ਦੁਨੀ ਦਾ ਥੰਮ ਹੋਏ,
ਭਾਰ ਅਥਰਬਣ ਥੰਮ ਖਲੋਤਾ। ਗੁਰੂ ਰਾਮਦਾਸ ਮਹਾਰਾਜ ਦੀਨ ਦੁਨੀ ਦੇ ਥੰਮ ਬਣੇ ਆ। ਥੰਮ ਦਾ ਕੰਮ ਕੀ ਹੁੰਦਾ? ਸਹਾਰਾ ਦੇਣਾ। ਜਿਵੇਂ ਥੰਮਾਂ ਦੇ ਆਸਰੇ, ਕੰਧਾਂ ਦੇ ਆਸਰੇ ਛੱਤ ਖਲੋਂਦੀ ਹੈ, ਇਸੇ ਤਰ੍ਹਾਂ ਸਤਿਗੁਰੂ ਰਾਮਦਾਸ ਮਹਾਰਾਜ ਜੀ ਲੋਕ ਪਰਲੋਕ ਦੇ ਥੰਮ ਹਨ, ਸਹਾਈ ਹਨ, ਸਹਾਰਾ ਦੇਣ ਵਾਲੇ ਨੇ ਸਾਰਿਆਂ ਨੂੰ। ਭਾਰ ਅਥਰਬਣ ਥੰਮ ਖਲੋਤਾ। ਭਾਰ ਅਥਰਬਣ, ਬਹੁਤ ਜ਼ਿਆਦਾ ਜਿਹੜਾ ਬੋਝ ਹੈ ਨਾ, ਗੁਰੂ ਰਾਮਦਾਸ ਮਹਾਰਾਜ ਜੀ ਉਹਦਾ ਥੰਮ ਖਲੋਤੇ ਨੇ। ਸਤਿਗੁਰੂ ਪਾਤਸ਼ਾਹ ਜੀ ਥੰਮ ਬਣ ਕੇ ਸਾਰਿਆਂ ਨੂੰ ਸਹਾਰਾ ਦੇਣ ਵਾਲੇ ਹੈ। ਭਾਰੀ ਬੋਝ ਜੋ ਹੈ, ਅਥਰਬਣ ਕਹਿੰਦੇ ਨੇ ਜਿਹੜਾ ਬਹੁਤ ਭਾਰੀ ਹੋਵੇ, ਉਸ ਬੋਝ ਨੂੰ ਸਤਿਗੁਰੂ ਨੇ ਸਹਾਰਾ ਦਿੱਤਾ ਹੈ ਗੁਰੂ ਰਾਮਦਾਸ ਜੀ ਨੇ। ਭਉ ਜਲ ਭਉ ਨਾ ਵਿਆਪਾਈ, ਗੁਰ ਬੋਹਿਥ ਚੜ ਖਾਏ ਨਾ ਗੋਤਾ। ਤੇ ਜਿਹੜੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਜਹਾਜ਼ੇ ਚੜ ਜਾਂਦੇ ਨੇ, ਨਾਮ ਦੇ ਜਹਾਜ਼ ਤੇ ਚੜ ਜਾਂਦੇ ਹੈ, ਭਉ ਜਲ ਭਉ ਨਾ ਵਿਆਪਈ, ਉਹਨਾਂ ਨੂੰ ਸੰਸਾਰ ਭੌਜਲ ਦਾ ਕੋਈ ਡਰ ਨਹੀਂ ਵਿਆਪਦਾ, ਅਤੇ ਸੰਸਾਰ ਦੇ ਵਿੱਚ ਫਿਰ ਉਹ ਗੋਤੇ ਨਹੀਂ ਖਾਂਦੇ। ਵਿਕਾਰਾਂ ਦੀਆਂ ਲਹਿਰਾਂ ਉਹਨਾਂ ਨੂੰ ਡੁਬੋ ਨਹੀਂ ਸਕਦੀਆਂ। ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਸੋ ਭੌਜਲ ਵਿੱਚ ਗੋਤੇ ਨਹੀਂ ਖਾਂਦੇ ਹਨ ਜਿਹੜੇ ਗੁਰੂ ਦੇ ਜਹਾਜ਼ ਚੜ੍ਹ ਜਾਂਦੇ ਹੈ। ਅਵਗੁਣ ਲੈ ਗੁਣ ਵਿਕਣੈ, ਗੁਰ ਹਟ ਨਾਲੇ ਵਣਜ ਸੋਤਾ। ਗੁਰੂ ਸਾਹਿਬ ਜੀ, ਗੁਰੂ ਰਾਮਦਾਸ ਜੀ ਕਿੱਡੀ ਰਹਿਮਤ ਕਰਦੇ ਨੇ। ਮਹਾਰਾਜ ਜੀ ਦੀ ਸ਼ਰਨ ਵਿੱਚ ਜਾਂਦਾ ਹੈ ਧੰਨ ਗੁਰੂ ਰਾਮਦਾਸ ਜੀ ਦੀ, ਜਿਹੜਾ ਵੀ ਸਤਿਗੁਰੂ ਕਹਿੰਦੇ ਲਿਆ ਔਗਣ ਦੇ ਦੇ ਮੈਨੂੰ, ਜਿੰਨੀ ਔਗਣਾਂ ਦੀ ਪੰਡ ਹੈ ਨਾ ਤੇਰੇ ਕੋਲ ਸਾਰੀ ਇੱਥੇ ਰੱਖ ਜਾ, ਆ ਗੁਣਾਂ ਦੀ ਪੰਡ ਜਿੰਨੀ ਚੁੱਕੀ ਜਾਂਦੀ ਹੈ ਚੁੱਕ ਕੇ ਲੈ ਜਾ। ਔਗਣ ਲੈ ਗੁਣ ਵਿਕਣੈ, ਔਗਣ ਲੈ ਕੇ ਤੇ ਮਹਾਰਾਜ ਜੀ ਗੁਣਾਂ ਦਾ ਸੌਦਾ ਵੇਚਦੇ ਹੈ, ਐਸਾ ਵਣਜ ਕਰਦੇ ਹੈ। ਗੁਰਸਿੱਖਾਂ ਨੂੰ ਕਹਿੰਦੇ ਗੁਣ ਲੈ ਜਾਓ, ਗੁਰ ਹਟ ਨਾਲੇ ਵਣਜ ਸੌਤਾ। ਸੋ ਗੁਰੂ ਦੀ ਹੱਟੀ ਦਾ ਇਹ ਵਪਾਰ ਭਾਈ ਗੁਰਦਾਸ ਜੀ ਕਹਿੰਦੇ ਬੜਾ ਸੌਤਾ, ਕਹਿੰਦੇ ਨਫੇ ਵਾਲਾ ਹੈ, ਲਾਭਦਾਇਕ ਹੈ। ਜਿੱਥੇ ਔਗਣ ਲੈ ਲੈਂਦੇ ਹੈ ਤੇ ਗੁਣ ਸਤਿਗੁਰੂ ਦੇ ਦਿੰਦੇ ਹੈ। ਮਿਲਿਆ ਮੂਲ ਨਾ ਵਿਛੜੈ, ਰਤਨ ਪਦਾਰਥ ਹਾਰ ਪਰੋਤਾ। ਇਸ ਪੰਕਤੀ ਵਿੱਚ ਰਤਨ ਪਦਾਰਥ ਦਾ ਭਾਵ ਹੈ ਵੀ ਚੰਗੇ ਗੁਣ, ਦੈਵੀ ਗੁਣ, ਦੈਵੀ ਗੁਣਾਂ ਦਾ ਹਾਰ ਜਿਨ੍ਹਾਂ ਨੇ ਪਰੋ ਲਿਆ ਆਪਣੇ ਗਲੇ ਵਿੱਚ, ਤੇ ਗੁਰੂ ਰਾਮਦਾਸ ਜੀ ਨੂੰ ਮਿਲ ਗਿਆ। ਮਿਲਿਆ ਮੂਲ ਨਾ ਵਿਛੜੈ, ਗੁਰੂ ਰਾਮਦਾਸ ਮਹਾਰਾਜ ਨੂੰ ਜਿਹੜਾ ਇੱਕ ਵਾਰ ਮਿਲ ਗਿਆ ਉਹ ਫਿਰ ਕਦੇ ਵਿਛੜਦਾ ਨਹੀਂ। ਸਤਿਗੁਰੂ ਜੀ ਉਹਦੀ ਬਾਂਹ ਘੁੱਟ ਕੇ ਫੜ ਲੈਂਦੇ ਹੈ। ਸਿਆਣੇ ਅਧਿਆਤਮਵਾਦੀ ਕਹਿੰਦੇ ਹੈ ਵੀ ਲੋਕ ਇਹ ਗੱਲ ਕਹਿੰਦੇ ਆ ਵੀ ਤੂੰ ਆਪਣੀ ਉਂਗਲ ਜਾਂ ਬਾਂਹ, ਜਾਂ ਇਉਂ ਕਹਿੰਦੇ ਆ ਵੀ ਗੁਰੂ ਦਾ ਪੱਲਾ ਫੜ ਲੈ। ਕਹਿੰਦੇ ਨਹੀਂ, ਗੁਰੂ ਨੂੰ ਆਪਣੀ ਬਾਂਹ ਫੜਾ ਦੇ। ਤੂੰ ਗੁਰੂ ਦੀ ਉਂਗਲ ਫੜੇਗਾ, ਤੇਰੇ ਕੋਲ ਇੰਨੀ ਪਕੜ ਨਹੀਂ, ਕਿਤੇ ਧੱਕਾ ਵੱਜਾ ਤੈਥੋਂ ਉਂਗਲ ਛੁੱਟ ਜਾਣੀ ਗੁਰੂ ਦੀ। ਤੂੰ ਆਪਣਾ ਹੱਥ ਗੁਰੂ ਨੂੰ ਫੜਾ ਦੇ, ਗੁਰੂ ਨੇ ਛੱਡਣਾ ਹੀ ਨਹੀਂ, ਗੁਰੂ ਨੇ ਬਾਂਹ ਫੜ ਕੇ ਛੱਡਣੀ ਨਹੀਂ। ਸੋ ਇਸ ਲਈ ਸਤਿਗੁਰੂ ਰਾਮਦਾਸ ਮਹਾਰਾਜ ਦੀ ਸ਼ਰਨ ਪਾਓ ਅਤੇ ਗੁਰੂ ਨੂੰ ਆਪਣਾ ਹੱਥ ਫੜਾ ਦਿਓ। ਜਿਹੜਾ ਗੁਰੂ ਨਾਲ ਮਿਲ ਗਿਆ ਉਹ ਕਦੇ ਫਿਰ ਵਿਛੜਦਾ ਨਹੀਂ ਹੈ। ਮੈਲਾ ਕਦੇ ਨਾ ਹੋਵਈ, ਗੁਰ ਸਰਵਰ ਨਿਰਮਲ ਜਲ ਧੋਤਾ। ਸੋ ਗੁਰੂ ਰੂਪ ਸਰੋਵਰ ਦਾ, ਗੁਰੂ ਦਾ ਜੋ ਸਰੋਵਰ ਹੈ ਨਾ, ਸਤ ਸੰਗਤ ਰੂਪੀ ਸਰੋਵਰ, ਇਹਦੇ ਵਿੱਚ ਨਾਮ ਰੂਪੀ ਪਵਿੱਤਰ ਜਲ ਹੈ। ਜਿਸ ਨੇ ਨਾਮ ਰੂਪੀ ਪਵਿੱਤਰ ਜਲ ਦੇ ਨਾਲ ਮਨ ਨੂੰ ਧੋ ਲਿਆ, ਮਨ ਦਾ ਇਸ਼ਨਾਨ ਕਰਾ ਲਿਆ, ਮੈਲਾ ਕਦੇ ਨਾ ਹੋਈ, ਉਹ ਮੁੜ ਫਿਰ ਕਦੇ ਮੈਲਾ ਨਹੀਂ ਹੁੰਦਾ। ਅਥਵਾ ਮੈਲਾ ਕਦੇ ਨਾ ਹੋਵਈ, ਗੁਰ ਸਰਵਰ ਨਿਰਮਲ ਜਲ ਧੋਤਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੋਵਰ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਨਿਰਮਲ ਜਲ ਦੇ ਵਿੱਚ ਜਿਨ੍ਹਾਂ ਇਸ਼ਨਾਨ ਕਰ ਲਿਆ ਉਹ ਮੈਲੇ ਨਹੀਂ ਹੁੰਦੇ, ਕਿਉਂਕਿ ਉਹ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਨਾਲ, ਬਾਣੀ ਨਾਲ ਜੁੜ ਕੇ ਆਪਣੇ ਮਨ ਨੂੰ ਪਵਿੱਤਰ ਬਣਾ ਲੈਂਦੇ ਹੈ। ਬਾਬਾਣੇ ਕੁਲ ਕਵਲ ਅਛੋਤਾ। ਬਾਬਾਣੇ, ਗੁਰੂ ਬਾਬਾ,
ਬਾਬੇ ਦੀ ਕੁਲ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਕੁਲ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨਿਰਲੇਪ ਕਵਲ ਫੁੱਲ ਦੇ ਵਾਂਗ ਹਨ। ਜਿਵੇਂ ਕੌਲ ਫੁੱਲ ਪਾਣੀ ਵਿੱਚ ਰਹਿੰਦਾ ਪਾਣੀ ਤੋਂ ਨਿਰਲੇਪ ਹੈ, ਸਤਿਗੁਰੂ ਰਾਮਦਾਸ ਮਹਾਰਾਜ ਜੀ ਸੰਸਾਰ ਵਿੱਚ ਰਹਿੰਦਿਆਂ ਗੁਰਸਿੱਖਾਂ ਸਮੁੱਚੀ ਲੋਕਾਈ ਦਾ ਭਲਾ ਕਰਦੇ ਆਪ ਮਹਾਰਾਜ ਜੀ ਮਾਇਆ ਤੋਂ ਨਿਰਲੇਪ ਹਨ। ਸਤਿਗੁਰੂ ਮਹਾਰਾਜ ਮਿਹਰ ਕਰਨ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਮੈਲਾ ਕਦੇ ਨਾ ਹੋਵਈ ਗੁਰ ਸਰਵਰ ਨਿਰਮਲ ਜਲ ਧੋਤਾ, ਬਾਬਾਣੇ ਕੁਲ ਕਵਲ ਅਛੋਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।